ਨਰਿੰਦਰ ਸਿੰਘ ਬਰਾੜ ਹਾਜ਼ਰ ਹਾਂ 7ਵੀਂ ਕਲਾਸ ਦਾ ਦੂਜਾ ਪਾਠ ਲੈ ਕੇ, ਜਿਸ ਦਾ ਨਾਮ ਹੈ ਵਿੰਡੋ ਐਕਸਪਲੋਰਰ। ਇਸ ਵਿੱਚ ਜੋ ਆਪਾਂ ਟੌਪਿਕ ਕਵਰ ਕਰਨੇ ਹੈ ਉਹ ਹਨ ਵਿੰਡੋਜ਼ ਐਕਸਪਲੋਰਰ, ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣਾ, ਵਿੰਡੋਜ਼ ਐਕਸਪਲੋਰਰ ਦੇ ਭਾਗ, ਲੋਕੇਸ਼ਨ ਦੀ ਲੜੀ, ਵਿੰਡੋਜ਼ ਐਕਸਪਲੋਰਰ ਦੇ ਵਿਊ, ਫਾਈਲਸ ਅਤੇ ਫੋਲਡਰ ਨਾਲ ਕੰਮ ਕਰਨਾ, ਆਈਟਮਸ ਨੂੰ ਸਿਲੈਕਟ ਕਰਨਾ, ਫੋਲਡਰ ਬਣਾਉਣਾ, ਕਾਪੀ ਅਤੇ ਪੇਸਟ ਦੀ ਮਦਦ ਨਾਲ ਆਈਟਮ ਨੂੰ ਕਾਪੀ ਕਰਨਾ, ਕੱਟ ਅਤੇ ਪੇਸਟ ਦੀ ਵਰਤੋਂ ਨਾਲ ਆਈਟਮ ਨੂੰ ਮੂਵ ਕਰਨਾ, ਸੈਂਡ ਟੂ ਦੀ ਮਦਦ ਨਾਲ ਆਈਟਮ ਨੂੰ ਕਾਪੀ ਕਰਨਾ, ਸਰਚਿੰਗ, ਰਨ ਕਮਾਂਡ ਦੀ ਵਰਤੋਂ, ਕੈਲਕੂਲੇਟਰ ਦੀ ਵਰਤੋਂ, ਕਸਟਮਾਈਜ਼ਿੰਗ ਡੈਸਕਟਾਪ। ਹੁਣ ਆਪਾਂ ਪਾਠ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵਿੰਡੋਜ਼ ਐਕਸਪਲੋਰਰ। ਵਿੰਡੋਜ਼ ਐਕਸਪਲੋਰਰ ਆਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ। ਇਸ ਨੂੰ ਫਾਈਲ ਐਕਸਪਲੋਰਰ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕੰਪਿਊਟਰ ਵਿੱਚ ਝਾਤ ਮਾਰਨ, ਹਾਰਡ ਡਿਸਕ ਵਿੱਚ ਮੌਜੂਦ ਫਾਈਲਾਂ ਜਾਂ ਫੋਲਡਰਾਂ ਨੂੰ ਵਿਵਸਥਿਤ ਅਤੇ ਸਹੀ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਕੋਈ ਫਾਈਲ ਜਾਂ ਫੋਲਡਰ ਖੋਲ੍ਹਣ, ਡਿਲੀਟ ਕਰਨ, ਨਵੀਂ ਬਣਾਉਣ, ਰੀਨੇਮ ਕਰਨ, ਕਾਪੀ ਕਰਨ ਅਤੇ ਮੂਵ ਕਰਨ ਲਈ ਵੀ ਕਰ ਸਕਦੇ ਹੋ। ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣਾ। ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਦੇ ਕਈ ਤਰੀਕੇ ਹਨ। ਜਿਵੇਂ ਆ ਆਪਣੀ ਵਿੰਡੋ ਹੈ, ਆਪਾਂ ਵਿੰਡੋਜ਼ ਐਕਸਪਲੋਰਰ ਖੋਲ੍ਹਣਾ। ਸਭ ਤੋਂ ਪਹਿਲਾਂ ਵਿੰਡੋਜ਼ ਅਤੇ ਈ ਬਟਨ ਇਕੱਠੇ ਦਬਾ ਕੇ, ਵਿੰਡੋ ਤੇ ਈ ਬਟਨ ਦਬਾਇਆ ਮੈਂ ਦੋਨੇ, ਦੇਖੋ ਵਿੰਡੋਜ਼ ਐਕਸਪਲੋਰਰ ਆਪਣੇ ਸਾਹਮਣੇ ਖੁੱਲ੍ਹ ਗਿਆ। ਜਾਂ ਸਟਾਰਟ, ਆਲ ਪ੍ਰੋਗਰਾਮ, ਐਕਸੈਸਰੀ, ਵਿੰਡੋਜ਼ ਐਕਸਪਲੋਰਰ। ਆ ਦੇਖੋ ਆਪਾਂ ਵਿੰਡੋਜ਼ ਐਕਸਪਲੋਰਰ ਇਸ ਤਰ੍ਹਾਂ ਨਾਲ ਵੀ ਆਪਾਂ ਖੋਲ੍ਹ ਸਕਦੇ ਹਾਂ। ਜਾਂ ਵਿੰਡੋਜ਼ ਕੀ ਦਬਾ ਕੇ ਆਪਾਂ ਦੇਖੋ ਵਿੰਡੋਜ਼ ਕੀ ਦਬਾਈ, ਸਰਚ ਦੇ ਵਿੱਚ EXPLORER ਆਪਾਂ ਸਰਚ ਦੇ ਵਿੱਚ ਐਕਸਪਲੋਰਰ ਟਾਈਪ ਕਰਕੇ ਇੰਟਰ ਮਾਰ ਦਿਆਂਗੇ ਤਾਂ ਫਿਰ ਵੀ ਆਪਣਾ ਐਕਸਪਲੋਰਰ ਜਿਹੜਾ ਉਹ ਖੁੱਲ੍ਹ ਜਾਂਦਾ ਹੈ। ਚੌਥਾ ਤਰੀਕਾ ਵਿੰਡੋਜ਼ ਅਤੇ ਆਰ ਕੀਜ਼ ਇਕੱਠੀਆਂ ਦਬਾ ਕੇ, ਵਿੰਡੋਜ਼ ਪਲੱਸ ਆਰ ਕੀ ਦਬਾਈ, ਰਨ ਬਾਕਸ ਆ ਗਿਆ ਆਪਣੇ ਸਾਹਮਣੇ। ਇਸ ਵਿੱਚ ਆਪਾਂ ਐਕਸਪਲੋਰਰ ਟਾਈਪ ਕਰਾਂਗੇ, ਟਾਈਪ ਕਰਤਾ। ਇਸ ਤੋਂ ਬਾਅਦ ਆਪਾਂ ਐਂਟਰ ਦਬਾਵਾਂਗੇ ਜਾਂ ਆਪਾਂ ਓਕੇ ਬਟਨ ਤੇ ਕਲਿੱਕ ਕਰ ਦਾਂਗੇ, ਆਪਣਾ ਐਕਸਪਲੋਰਰ ਖੁੱਲ੍ਹ ਗਿਆ। ਜਾਂ ਬਾਏ ਡਿਫਾਲਟ ਟਾਸਕ ਬਾਰ ਵਿੱਚ ਵਿੰਡੋਜ਼ ਐਕਸਪਲੋਰਰ 2 ਨੰਬਰ ਤੇ ਹੁੰਦਾ ਹੈ। ਇਸ ਲਈ ਵਿੰਡੋਜ਼ ਬਟਨ ਦੇ ਨਾਲ 2 ਕੀ ਦਬਾ ਕੇ ਵੀ ਇਸ ਨੂੰ ਖੋਲ੍ਹ ਸਕਦੇ ਹਾਂ, ਵਿੰਡੋ ਤੇ 2। ਦੇਖੋ ਆਪਣਾ ਐਕਸਪਲੋਰਰ ਖੁੱਲ੍ਹ ਗਿਆ। ਇਹ ਸੀ ਆਪਣੇ 5 ਤਰੀਕੇ ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਦੇ। ਇਸ ਤੋਂ ਅੱਗੇ ਵਿੰਡੋਜ਼ ਐਕਸਪਲੋਰਰ ਦੇ ਭਾਗ। ਵਿੰਡੋਜ਼ ਐਕਸਪਲੋਰਰ ਦੇ ਭਾਗਾਂ ਬਾਰੇ ਪੜ੍ਹਨ ਤੋਂ ਪਹਿਲਾਂ ਸਾਨੂੰ ਇਸ ਦੇ ਢਾਂਚੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਵਿੱਚ 3 ਮੁੱਢਲੇ ਢਾਂਚੇ ਦਿਖਾਈ ਦਿੰਦੇ ਹਨ: ਫਾਈਲਾਂ, ਫੋਲਡਰ ਅਤੇ ਡਰਾਈਵਸ। ਡਾਟੇ ਨੂੰ ਸਟੋਰ ਕਰਨ ਦੀ ਸਭ ਤੋਂ ਛੋਟੀ ਇਕਾਈ ਫਾਈਲ ਹੈ ਅਤੇ ਇੱਕ ਵਿਸ਼ੇ ਨਾਲ ਸੰਬੰਧਿਤ ਫਾਈਲਾਂ ਨੂੰ ਅਸੀਂ ਇੱਕ ਫੋਲਡਰ ਵਿੱਚ ਰੱਖਦੇ ਹਾਂ, ਜੋ ਕਈ ਕਿਸਮ ਦੀਆਂ ਹੋ ਸਕਦੀਆਂ ਹਨ। ਵਿੰਡੋਜ਼ ਐਕਸਪਲੋਰਰ ਰਾਹੀਂ ਫਾਈਲਾਂ ਤੱਕ ਸੁਖਾਲੀ ਪਹੁੰਚ ਕਰਨ ਲਈ ਇਸ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ: ਸੱਜਾ ਪੇਨ ਅਤੇ ਖੱਬਾ ਪੇਨ। ਆਹ ਦੇਖੋ ਇਹਦੇ 2 ਪੇਨ ਹੈ, ਆਹ ਆ ਗਿਆ ਸੱਜਾ ਪੇਨ ਤੇ ਇਹ ਇੱਧਰਲਾ ਖੱਬਾ ਪੇਨ। ਖੱਬੇ ਪੇਨ ਨੂੰ ਨੈਵੀਗੇਸ਼ਨ ਪੇਨ ਵੀ ਕਿਹਾ ਜਾਂਦਾ ਹੈ। ਜਦੋਂ ਇਸ ਪੇਨ ਵਿੱਚ ਕਿਸੇ ਫੋਲਡਰ ਨੂੰ ਸਿਲੈਕਟ ਕੀਤਾ ਜਾਂਦਾ ਹੈ ਤਾਂ ਉਸ ਦੀ ਡਿਟੇਲ ਸੱਜੇ ਪੇਨ ਵਿੱਚ ਦੇਖੀ ਜਾ ਸਕਦੀ ਹੈ। ਆਪਾਂ ਇੱਧਰੋਂ ਕੋਈ ਫੋਲਡਰ ਸਿਲੈਕਟ ਕਰਾਂਗੇ, ਦੇਖੋ ਫੋਲਡਰ ਸਿਲੈਕਟ ਕਰ ਲਿਆ, ਇਸ ਦੀ ਡਿਟੇਲ ਆ ਗਈ। ਨੈਵੀਗੇਟ ਕਰਨਾ, ਦੇਖੋ ਐਕਸਪਲੋਰਰ ਦੀ ਵਿੰਡੋ ਦੇ ਭਾਗ। ਸਭ ਤੋਂ ਪਹਿਲਾਂ ਟਾਈਟਲ ਬਾਰ, ਇਹ ਸਭ ਤੋਂ ਉੱਪਰ ਆ ਰਿਹਾ ਜਿਹੜਾ ਵੀ ਟਾਈਟਲ ਬਾਰ ਹੈ। ਉਸ ਤੋਂ ਬਾਅਦ ਬੈਕ ਅਤੇ ਫਾਰਵਰਡ ਬਟਨ, ਇਹ ਬੈਕ ਅਤੇ ਫਾਰਵਰਡ ਬਟਨ ਹੈ, ਦੇਖੋ। ਐਡਰੈਸ ਬਾਰ, ਇਹ ਐਡਰੈਸ ਬਾਰ ਹੈ ਬੈਕ ਤੇ ਫਾਰਵਰਡ ਬਟਨ ਦੇ ਨਾਲ। ਸਰਚ ਬਾਕਸ, ਇਹ ਇਹਦਾ ਸਰਚ ਬਾਕਸ ਹੈ। ਇਸ ਤੋਂ ਅੱਗੇ ਮੀਨੂ ਬਾਰ, ਇਹ ਇਸ ਦਾ ਮੀਨੂ ਬਾਰ ਹੈ ਜਿਸ ਵਿੱਚ ਮੀਨੂ ਦਿੱਤੇ ਹੋਏ ਹੈ। ਟੂਲ ਬਾਰ, ਇਹ ਇਸ ਦਾ ਟੂਲ ਬਾਰ ਹੈ। ਅਤੇ ਸਟੇਟਸ ਬਾਰ, ਇਹ ਨੀਚੇ ਇਸ ਦਾ ਸਟੇਟਸ ਬਾਰ ਆ ਰਿਹਾ ਹੈ, ਇਸ ਨੂੰ ਸਟੇਟਸ ਬਾਰ ਆਪਾਂ ਕਹਿੰਦੇ ਹਾਂ। ਲੋਕੇਸ਼ਨ ਦੀ ਲੜੀ। ਸਾਡੇ ਕੰਪਿਊਟਰ ਵਿਚਲੇ ਡਰਾਈਵ, ਫੋਲਡਰ, ਨੈਟਵਰਕ ਲੋਕੇਸ਼ਨ ਅਤੇ ਪ੍ਰਿੰਟਰ ਆਦਿ ਇੱਕ ਲੜੀਬੱਧ ਕ੍ਰਮ ਵਿੱਚ ਦਿੱਤੇ ਹੁੰਦੇ ਹਨ। ਇਸ ਕੰਮ ਨੂੰ ਹੀ ਲੋਕੇਸ਼ਨ ਲੜੀ ਕਿਹਾ ਜਾਂਦਾ ਹੈ। ਇਸ ਵਿੱਚ ਜੋ ਆਈਟਮਾਂ ਹੁੰਦੀਆਂ ਉਹ ਹਨ, ਆਹ ਦੇਖੋ ਇਹ ਲੋਕੇਸ਼ਨ ਲੜੀ ਹੈ। ਸਭ ਤੋਂ ਪਹਿਲਾਂ ਫੇਵਰੇਟ,
ਇਸ ਲੜੀ ਵਿੱਚ ਸਭ ਤੋਂ ਉੱਪਰ ਡੈਸਕਟਾਪ ਫੋਲਡਰ ਹੁੰਦਾ ਹੈ ਅਤੇ ਡਾਊਨਲੋਡਸ ਅਤੇ ਰੀਸੈਂਟ ਪਲੇਸਿਸ ਹੁੰਦੀਆਂ ਹਨ। ਆ ਦੇਖੋ ਆਪਣਾ ਫੇਵਰਿਟ ਫੋਲਡਰ, ਇਸ ਵਿੱਚ ਡੈਸਕਟਾਪ, ਡਾਊਨਲੋਡ ਤੇ ਰੀਸੈਂਟ ਪਲੇਸਿਸ ਇਸ ਵਿੱਚ ਆ ਗਈਆਂ। ਨੰਬਰ 2 ਤੇ ਲਾਇਬ੍ਰੇਰੀ, ਇਸ ਵਿੱਚ 4 ਲਾਇਬ੍ਰੇਰੀਆਂ ਹੁੰਦੀਆਂ ਹਨ, ਜਿਵੇਂ ਡਾਕੂਮੈਂਟਸ, ਸੰਗੀਤ, ਤਸਵੀਰਾਂ ਅਤੇ ਵੀਡੀਓਜ਼। ਇਹਨਾਂ ਲਾਇਬ੍ਰੇਰੀਆਂ ਵਿੱਚ ਇਹਨਾਂ ਨਾਲ ਸੰਬੰਧਿਤ ਫਾਈਲਾਂ ਹੁੰਦੀਆਂ ਹਨ। ਆ ਦੇਖੋ ਡਾਕੂਮੈਂਟਸ, ਮਿਊਜ਼ਿਕ, ਪਿਕਚਰਸ ਅਤੇ ਵੀਡੀਓਜ਼। ਪਰਸਨਲ ਫੋਲਡਰ, ਜਿਸ ਯੂਜ਼ਰ ਨੇਮ ਤੋਂ ਅਸੀਂ ਲੌਗਇਨ ਕੀਤਾ ਹੁੰਦਾ ਹੈ ਉਸ ਦੇ ਨਾਮ ਦਾ ਫੋਲਡਰ ਹੀ ਸਾਡਾ ਪਰਸਨਲ ਫੋਲਡਰ ਹੁੰਦਾ ਹੈ। ਜਿਵੇਂ ਆਪਣਾ ਇਹ ਪਰਸਨਲ ਫੋਲਡਰ ਹੈ, ਸਿਸਟਮ ਫੋਲਡਰ ਲਿਖਿਆ ਹੋਇਆ ਹੈ, ਇਹ ਆਪਣਾ ਪਰਸਨਲ ਫੋਲਡਰ ਹੈ ਜਿਸ ਨਾਮ ਤੋਂ ਆਪਾਂ ਲੌਗਇਨ ਕੀਤਾ ਹੋਇਆ ਹੈ। ਨੰਬਰ 4 ਤੇ ਕੰਪਿਊਟਰ, ਇਸ ਵਿੱਚ ਸਾਡੀਆਂ ਹਾਰਡ ਡਰਾਈਵਸ ਦੇ ਫੋਲਡਰ ਅਤੇ ਹੋਰ ਸਭ ਯੰਤਰ ਨਜ਼ਰ ਆਉਂਦੇ ਹਨ। ਆਹ ਕੰਪਿਊਟਰ ਫੋਲਡਰ ਹੈ, ਇਸ ਵਿੱਚ ਆਪਣੀਆਂ ਸਾਰੀਆਂ ਹਾਰਡ ਡਰਾਈਵਸ ਤੇ ਹੋਰ ਯੰਤਰ ਕੋਈ ਲੱਗੇ ਹੋਏ ਤੇ ਇਸ ਦੇ ਨਾਲ ਡਿਸਪਲੇ ਹੁੰਦੇ, ਜਿਵੇਂ ਇਸ ਦੇ ਵਿੱਚ ਨਾਲ ਇੱਕ ਪੈਨ ਡਰਾਈਵ ਲੱਗੀ ਹੋਈ ਹੈ, ਆਹ CD ROM ਲੱਗੀ ਹੋਈ ਹੈ। ਇਸ ਤੋਂ ਅੱਗੇ ਨੈਟਵਰਕ, ਜੇਕਰ ਸਾਡਾ ਕੰਪਿਊਟਰ ਨੈਟਵਰਕ ਨਾਲ ਜੁੜਿਆ ਹੈ ਤਾਂ ਇਸ ਵਿੱਚ ਬਾਕੀ ਕੰਪਿਊਟਰਸ ਅਤੇ ਸ਼ੇਅਰਡ ਯੰਤਰ ਦਿਖਾਈ ਦਿੰਦੇ ਹਨ। ਜਿਵੇਂ ਇਹ ਦੇਖੋ ਨੈਟਵਰਕ ਫੋਲਡਰ ਹੈ, ਅਗਰ ਆਪਣਾ ਕੰਪਿਊਟਰ ਨੈਟਵਰਕ ਨਾਲ ਜੁੜਿਆ ਹੋਇਆ ਹੈ ਤਾਂ ਇੱਥੇ ਆਪਣੇ ਸ਼ੇਅਰਡ ਜੋ ਯੰਤਰ ਲੱਗੇ ਹੋਏ ਆ ਉਹ ਸਾਰੇ ਆਪਣੇ ਡਿਸਪਲੇ ਹੋਣਗੇ। ਇਸ ਤੋਂ ਅੱਗੇ ਕੰਟਰੋਲ ਪੈਨਲ, ਇਹ ਸਾਨੂੰ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਕਨਫਿਗਰ ਕਰਨ ਅਤੇ ਬਾਕੀ ਸੈਟਿੰਗਸ ਨੂੰ ਬਦਲਣ ਦੀ ਇਜਾਜ਼ਤ ਦਿੰਦਾ ਹੈ। ਇਹ ਕੰਟਰੋਲ ਪੈਨਲ ਹੈ, ਇਸ ਨੂੰ ਡਬਲ ਕਲਿੱਕ ਕਰਾਂਗੇ ਤਾਂ ਆਪਣਾ ਇਹ ਖੁੱਲ ਗਿਆ ਕੰਟਰੋਲ ਪੈਨਲ। ਰੀਸਾਈਕਲ ਬਿਨ, ਇਸ ਵਿੱਚ ਡਿਲੀਟ ਕੀਤੀਆਂ ਫਾਈਲਾਂ ਅਤੇ ਫੋਲਡਰ ਹੁੰਦੇ ਹਨ। ਇਹ ਆਪਣਾ ਰੀਸਾਈਕਲ ਬਿਨ ਹੈ, ਇਸ ਵਿੱਚ ਜੋ ਵੀ ਫਾਈਲਾਂ ਆਪਾਂ ਡਿਲੀਟ ਕਰਦੇ ਹਾਂ ਉਹ ਇਸ ਵਿੱਚ ਹੁੰਦੀਆਂ ਹਨ। ਵਿੰਡੋਜ਼ ਐਕਸਪਲੋਰਰ ਦੇ ਵਿਊ, ਵਿੰਡੋਜ਼ ਐਕਸਪਲੋਰਰ ਦੇ ਕਈ ਵਿਊ ਹਨ। ਨੰਬਰ 1 ਸਮਾਲ, ਮੀਡੀਅਮ, ਲਾਰਜ ਅਤੇ ਐਕਸਟਰਾ ਲਾਰਜ ਆਈਕਨ ਵਿਊ। ਇਸ ਵਿੱਚ ਹਰ ਆਈਟਮ ਇੱਕ ਆਈਕਨ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਆਹ ਦੇਖੋ ਇੱਥੋਂ ਆਪਾਂ ਵਿਊ ਸਾਰੇ ਦੇਖ ਸਕਦੇ ਹਾਂ, ਸਮਾਲ, ਮੀਡੀਅਮ ਆਈਕਨ, ਲਾਰਜ ਆਈਕਨ ਅਤੇ ਐਕਸਟਰਾ ਲਾਰਜ ਆਈਕਨ। ਆਪਾਂ ਜੋ ਵੀ ਕਰਾਂਗੇ ਦੇਖੋ ਡਿਸਪਲੇ ਹੋ ਰਿਹਾ। ਇਸ ਤੋਂ ਅੱਗੇ ਟਾਈਲਸ ਆਈਕਨ ਵਿਊ, ਇਸ ਵਿੱਚ ਆਈਕਨਸ ਇੱਕ ਤੋਂ ਵੱਧ ਕਤਾਰਾਂ ਵਿੱਚ ਹੁੰਦੇ ਹਨ। ਇਸ ਵਿੱਚ ਆਈਟਮਸ ਦਾ ਨਾਮ, ਫਾਈਲ ਦੀ ਕਿਸਮ ਅਤੇ ਇਸ ਦੇ ਸਾਈਜ਼ ਦੀ ਸੂਚਨਾ ਹੁੰਦੀ ਹੈ। ਦੇਖੋ ਆਪਾਂ ਟਾਈਲਸ ਵਿਊ ਕਰਦੇ ਹਾਂ, ਦੇਖੋ ਆ ਡਿਟੇਲ ਆ ਗਈ ਇਸ ਦੀ। ਦੇਖੋ ਲਿਸਟ ਆਈਕਨ ਵਿਊ, ਇਸ ਵਿੱਚ ਆਈਟਮਸ ਕਈ ਕਾਲਮ ਵਿੱਚ ਨਜ਼ਰ ਆਉਂਦੀਆਂ ਹਨ। ਇਸ ਵਿੱਚ ਆਈਟਮ ਦਾ ਨਾਮ ਆਈਕਨ ਦੇ ਸੱਜੇ ਪਾਸੇ ਹੁੰਦਾ ਹੈ। ਦੇਖੋ ਆਪਾਂ ਲਿਸਟ ਵਿਊ ਕਰਦੇ ਹਾਂ, ਆਈਟਮ ਦਾ ਨਾਮ ਇਸ ਦੇ ਸੱਜੇ ਪਾਸੇ ਡਿਸਪਲੇ ਹੋ ਰਿਹਾ ਹੈ। ਡਿਟੇਲ ਆਈਕਨ ਵਿਊ, ਇਸ ਵਿੱਚ ਆਈਟਮ ਟੇਬਲ ਦੇ ਰੂਪ ਵਿੱਚ ਦਿਸਦੀਆਂ ਹਨ ਅਤੇ ਹਰ ਕਾਲਮ ਵਿੱਚ ਵੱਖਰੀਆਂ ਵੱਖਰੀਆਂ ਪ੍ਰੋਪਰਟੀਜ਼ ਡਿਸਪਲੇ ਹੁੰਦੀਆਂ ਹਨ, ਜਿਵੇਂ ਆਕਾਰ, ਸੋਧਣ ਦੀ ਮਿਤੀ ਅਤੇ ਕਿਸਮ ਆਦਿ। ਆਪਾਂ ਡਿਟੇਲ ਆਈਕਨ ਵਿਊ ਕਰਾਂਗੇ। ਦੇਖੋ ਜੀ ਇਸ ਦਾ ਸਾਈਜ਼, ਟਾਈਪ, ਡੇਟ ਆਫ ਮੋਡੀਫਿਕੇਸ਼ਨ, ਨੇਮ ਹੋ ਗਿਆ। ਨੰਬਰ 5 ਕੰਟੈਂਟ ਆਈਕਨ ਵਿਊ, ਇਸ ਵਿਊ ਵਿੱਚ ਹਰ ਆਈਟਮ ਛੋਟੇ ਆਈਕਨ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਕੁਝ ਹੋਰ ਪ੍ਰੋਪਰਟੀਜ਼ ਵੀ ਨਜ਼ਰ ਆਉਂਦੀਆਂ ਹਨ, ਜਿਵੇਂ ਸੋਧਣ ਦੀ ਮਿਤੀ ਅਤੇ ਆਕਾਰ। ਇਸ ਵਿਊ ਦੀ ਵਰਤੋਂ ਸਰਚ ਕਰਨ ਲਈ ਕੀਤੀ ਜਾਂਦੀ ਹੈ। ਆਪਾਂ ਕੰਟੈਂਟ ਆਈਕਨ ਵਿਊ ਕਰਾਂਗੇ। ਕੰਟੈਂਟਸ ਦੇਖੋ, ਫਾਈਲ ਅਤੇ ਫੋਲਡਰ ਨਾਲ ਕੰਮ ਕਰਨਾ। ਕੰਪਿਊਟਰ ਤੇ ਕੰਮ ਕਰਦਿਆਂ ਸਾਨੂੰ ਅਕਸਰ ਫਾਈਲ ਅਤੇ ਫੋਲਡਰ ਨਾਲ ਕਈ ਕੰਮ ਕਰਨੇ ਪੈਂਦੇ ਹਨ, ਜਿਵੇਂ ਕੱਟ, ਕਾਪੀ, ਪੇਸਟ ਆਦਿ। ਆਈਟਮ ਨੂੰ ਸਿਲੈਕਟ ਕਰਨਾ, ਆਮ ਤੌਰ ਤੇ ਇੱਕ ਜਾਂ ਇੱਕ ਤੋਂ ਵੱਧ ਆਈਟਮ ਨੂੰ ਕੱਟ, ਕਾਪੀ ਅਤੇ ਡਿਲੀਟ ਕਰਨ ਤੋਂ ਪਹਿਲਾਂ ਸਿਲੈਕਟ ਕਰਨਾ ਪੈਂਦਾ ਹੈ। ਇਸ ਦੇ ਕਈ ਢੰਗ ਹਨ। ਸਿੰਗਲ ਆਈਟਮ ਨੂੰ ਸਿਲੈਕਟ ਕਰਨਾ, ਕਈ ਆਈਟਮਾਂ ਵਿੱਚੋਂ ਕਿਸੇ ਇੱਕ ਆਈਟਮ ਨੂੰ ਸਿਲੈਕਟ ਕਰਨ ਲਈ ਉਸ ਉੱਤੇ ਮਾਊਸ ਨਾਲ ਕਲਿੱਕ ਕਰਨਾ ਪੈਂਦਾ। ਦੇਖੋ ਇਸ ਨੂੰ ਸਿਲੈਕਟ ਕਰਨਾ ਹੈ ਤੇ ਮਾਊਸ ਨਾਲ ਕਲਿੱਕ ਕਰ ਲਿਆ, ਇਹ ਆਈਟਮ ਸਿਲੈਕਟ ਹੋ ਗਈ ਹੈ। ਸਿਲੈਕਟਿੰਗ ਆਲ ਆਈਟਮਸ, ਇਸ ਲਈ ਕੀਬੋਰਡ ਤੋਂ ਕੰਟਰੋਲ A ਕੀਜ਼ ਇਕੱਠੀਆਂ ਦਬਾ ਕੇ ਜਾਂ ਐਡਿਟ ਮੀਨੂ ਵਿੱਚੋਂ ਸਿਲੈਕਟ ਆਲ ਆਪਸ਼ਨ ਚੁਣ ਸਕਦੇ ਹਾਂ। ਜਿਵੇਂ ਕੰਟਰੋਲ A, ਦੇਖੋ ਸਾਰੀਆਂ ਸਿਲੈਕਟ ਹੋ ਗਈਆਂ, ਜਾਂ ਐਡਿਟ ਵਿੱਚੋਂ ਸਿਲੈਕਟ ਆਲ, ਦੇਖੋ ਸਿਲੈਕਟ ਹੋ ਗਈਆਂ ਸਾਰੀਆਂ। ਸ਼ਿਫਟ ਕੀ ਦੀ ਮਦਦ ਨਾਲ, ਇਸ ਨਾਲ ਲਗਾਤਾਰ ਆਈਟਮਾਂ ਸਿਲੈਕਟ ਕਰਨ ਲਈ ਪਹਿਲਾਂ ਪਹਿਲੀ ਆਈਟਮ ਅਤੇ ਫਿਰ ਸ਼ਿਫਟ ਦਬਾ ਕੇ ਲਾਸਟ ਆਈਟਮ ਤੇ ਕਲਿੱਕ ਕੀਤਾ ਜਾ ਸਕਦਾ ਹੈ। ਦੇਖੋ ਮੈਂ ਸ਼ਿਫਟ ਬਟਨ ਪ੍ਰੈਸ ਕਰ ਲਿਆ, ਸਭ ਤੋਂ ਪਹਿਲਾਂ ਪਹਿਲੀ ਆਈਟਮ, ਸ਼ਿਫਟ ਦਬਾ ਕੇ ਲਾਸਟ ਆਈਕਨ, ਦੇਖੋ ਸਾਰੀਆਂ ਆਈਟਮਾਂ ਸਿਲੈਕਟ ਹੋ ਗਈਆਂ ਕੰਟਰੋਲ ਕੀ ਦੀ ਮਦਦ ਨਾਲ। ਇਸ ਲਈ ਲਿਸਟ ਦੇ ਵਿੱਚੋਂ ਕੰਟਰੋਲ ਕੀ ਦੀ ਮਦਦ ਨਾਲ
ਇਸ ਨਾਲ ਲਿਸਟ ਦੇ ਵਿੱਚੋਂ ਚੋਣਵੀਆਂ ਆਈਟਮਾਂ ਸਿਲੈਕਟ ਕੀਤੀਆਂ ਜਾ ਸਕਦੀਆਂ ਹਨ। ਜਿਵੇਂ ਪਹਿਲਾਂ ਪਹਿਲੀ ਆਈਟਮ ਅਤੇ ਫਿਰ ਕੰਟਰੋਲ ਦਬਾ ਕੇ ਜਿਸ ਆਈਟਮ ਤੇ ਕਲਿੱਕ ਕਰਾਂਗੇ ਉਹ ਸਿਲੈਕਟ ਹੁੰਦੀ ਜਾਵੇਗੀ। ਦੇਖੋ ਕੰਟਰੋਲ ਨੱਪ ਕੇ ਪਹਿਲੀ ਆਈਟਮ ਕੰਟਰੋਲ ਨੱਪਿਆ, ਇਹ ਛੱਡਣੀ ਆਪਾਂ, ਆ ਵੀ ਛੱਡਣੀ ਹੈ। ਦੇਖੋ ਵਿੱਚੋਂ ਆਈਟਮਾਂ ਸਿਲੈਕਟ ਆਪਾਂ ਕਰ ਸਕਦੇ ਹਾਂ। ਸਿਲੈਕਸ਼ਨ ਨੂੰ ਪਲਟਾਉਣਾ, ਸਿਲੈਕਸ਼ਨ ਨੂੰ ਪਲਟਾਉਣ ਲਈ ਐਡਿਟ ਮੈਨੂ ਵਿੱਚੋਂ ਇਨਵਰਟ ਸਿਲੈਕਸ਼ਨ ਆਪਸ਼ਨ ਚੁਣਦੇ ਹਾਂ। ਜੋ ਆਈਟਮ ਸਿਲੈਕਟ ਹਨ ਉਹ ਡੀਸਿਲੈਕਟ ਅਤੇ ਜੋ ਡੀਸਿਲੈਕਟ ਹਨ ਉਹ ਸਿਲੈਕਟ ਹੋ ਜਾਂਦੀਆਂ ਹਨ। ਐਡਿਟ ਵਿੱਚੋਂ ਇਨਵਰਟ ਸਿਲੈਕਸ਼ਨ, ਆ ਦੇਖੋ ਇਨਵਰਟ ਸਿਲੈਕਸ਼ਨ ਤੇ ਕਲਿੱਕ ਕਰਾਂਗੇ ਤਾਂ ਦੇਖੋ ਉਲਟ ਹੋ ਗਿਆ। ਅੱਗੇ ਹੈ ਫੋਲਡਰ ਬਣਾਉਣਾ। ਜੇਕਰ ਅਸੀਂ ਨਵਾਂ ਫੋਲਡਰ ਬਣਾਉਂਦੇ ਹਾਂ ਤਾਂ ਉਹ ਮੌਜੂਦਾ ਲੋਕੇਸ਼ਨ ਵਿੱਚ ਹੀ ਬਣਦਾ ਹੈ। ਨਵਾਂ ਫੋਲਡਰ ਬਣਾਉਣ ਦੇ ਕਈ ਤਰੀਕੇ ਹਨ। ਨੰਬਰ 1, ਫਾਈਲ ਮੈਨੂ ਵਿੱਚੋਂ ਨਿਊ ਸਬ ਮੈਨੂ ਵਿੱਚੋਂ ਫੋਲਡਰ ਆਪਸ਼ਨ ਤੇ ਕਲਿੱਕ ਕਰਕੇ ਫਾਈਲ ਨਿਊ ਵਿੱਚੋਂ ਫੋਲਡਰ ਆਪਸ਼ਨ ਤੇ ਕਲਿੱਕ ਕਰਕੇ ਦੇਖੋ ਜੀ ਨਾਮ ਦੇ ਦਿਓ। ਠੀਕ ਹੈ ਜੀ, ਇਹ ਨਾਮ ਆਪਾਂ ਦੇਤਾ। ਦੂਸਰਾ ਤਰੀਕਾ, ਕੀਬੋਰਡ ਤੋਂ ਕੰਟਰੋਲ ਸ਼ਿਫਟ N ਕੀਜ਼ ਇਕੱਠੀਆਂ ਦਬਾ ਕੇ, ਦੇਖੋ ਕੰਟਰੋਲ ਸ਼ਿਫਟ N ਕੀਜ਼ ਇਕੱਠੀਆਂ ਦਬਾਵਾਂਗੇ ਨਵਾਂ ਫੋਲਡਰ ਆ ਗਿਆ। ਦੇਖੋ ਇਸ ਦਾ ਵੀ ਨਾਮ ਦਿੱਤਾ ਆਪਾਂ। ਇਸ ਤੋਂ ਅੱਗੇ ਤੀਸਰਾ ਤਰੀਕਾ, ਖਾਲੀ ਜਗ੍ਹਾ ਤੇ ਰਾਈਟ ਕਲਿੱਕ ਨਿਊ ਵਿੱਚੋਂ ਫੋਲਡਰ ਆਪਸ਼ਨ ਸਿਲੈਕਟ ਕਰੋ। ਦੇਖੋ ਰਾਈਟ ਕਲਿੱਕ ਨਿਊ ਵਿੱਚੋਂ ਫੋਲਡਰ ਆਪਸ਼ਨ ਆਪਾਂ ਸਿਲੈਕਟ ਕਰਾਂਗੇ। ਇਸ ਤੋਂ ਬਾਅਦ ਆਪਾਂ ਫੋਲਡਰ ਦਾ ਨਾਮ ਦੇਖਾਂਗੇ। ਨਾਮ ਦੇਤਾ, ਠੀਕ ਹੈ। ਇਸ ਤੋਂ ਬਾਅਦ ਐਂਟਰ ਦੇਵਾਂਗੇ ਤਾਂ ਆਪਣਾ ਫੋਲਡਰ ਬਣ ਗਿਆ। ਕੋਈ ਵੀ ਆਪਾਂ ਜਦੋਂ ਫੋਲਡਰ ਬਣਾਉਣੇ ਹੈ ਤਾਂ ਉਸ ਦਾ ਨਾਮ ਦੇ ਕੇ ਆਪਾਂ ਨੂੰ ਐਂਟਰ ਦਬਾਉਣਾ ਪੈਂਦਾ। ਆਈਟਮ ਨੂੰ ਰੀਨੇਮ ਕਰਨਾ, ਆਈਟਮ ਨੂੰ ਸਿਲੈਕਟ ਕਰੋ। ਆਪਾਂ ਆਹ ਆਈਟਮ ਸਿਲੈਕਟ ਕਰ ਲਈ। ਮੈਨੂ ਬਾਰ ਵਿੱਚੋਂ ਰੀਨੇਮ ਆਪਸ਼ਨ ਚੁਣੋ। ਦੇਖੋ ਆਪਾਂ ਨਾਮ ਬਦਲ ਸਕਦੇ ਹਾਂ ਇੱਥੇ, ਜਾਂ ਕੀਬੋਰਡ ਤੋਂ F2 ਬਟਨ ਦਬਾ ਕੇ ਵੀ ਆਪਾਂ ਰੀਨੇਮ ਕਰ ਸਕਦੇ ਹਾਂ। ਜੋ ਵੀ ਨਾਮ ਬਦਲਣਾ, ਮੰਨ ਲਓ ਮੈਂ ਇਸ ਵਿੱਚ ਸਪੇਸ ਦੇਣੀ ਹੈ, ਨਾਮ ਦੇ ਕੇ ਐਂਟਰ ਦਬਾਤਾ। ਆਈਟਮ ਨੂੰ ਰੀਨੇਮ ਕਰਨਾ। ਅਗਰ ਆਪਾਂ ਨਾਮ ਬਦਲਿਆ ਮੰਨ ਲਓ, ਠੀਕ ਹੈ, ਆਪਾਂ ਆਹ ਨਾਮ ਬਦਲਤਾ, ਆਪਾਂ ਇਸ ਕੈਂਸਲ ਕਰਨਾ ਤਾਂ escape ਬਟਨ ਦਬਾਵਾਂਗੇ ਤਾਂ ਪੁਰਾਣਾ ਨਾਮ ਹੀ ਆਪਣਾ ਦੁਬਾਰੇ ਆ ਜਾਂਦਾ। ਆਈਟਮ ਨੂੰ ਡਿਲੀਟ ਕਰਨਾ, ਜਿਸ ਆਈਟਮ ਨੂੰ ਸਿਲੈਕਟ ਕਰਨਾ ਹੈ ਉਸ ਨੂੰ ਸਿਲੈਕਟ ਕਰੋ। ਕੀਬੋਰਡ ਤੋਂ ਡਿਲੀਟ ਕੀ ਦਬਾਓ ਅਤੇ ਕਨਫਰਮ ਬਾਕਸ ਤੋਂ ਯੈਸ ਸਿਲੈਕਟ ਕਰੋ। ਆਈਟਮ ਡਿਲੀਟ ਹੋ ਜਾਵੇਗੀ। ਆਈਟਮ ਸਿਲੈਕਟ ਕੀਤੀ, ਡਿਲੀਟ ਕੀ ਦਬਾਈ, ਕਨਫਰਮ ਬਾਕਸ ਯੈਸ ਕੀਤਾ, ਆਪਣਾ ਫੋਲਡਰ ਡਿਲੀਟ ਹੋ ਗਿਆ। ਕਾਪੀ ਅਤੇ ਪੇਸਟ ਦੀ ਮਦਦ ਨਾਲ ਆਈਟਮ ਨੂੰ ਕਾਪੀ ਕਰਨਾ। ਆਈਟਮ ਸਿਲੈਕਟ ਕਰੋ, ਐਡਿਟ ਮੈਨੂ ਵਿੱਚੋਂ ਕਾਪੀ ਜਾਂ ਕੰਟਰੋਲ C ਬਟਨ ਆਪਾਂ ਇਕੱਠਾ ਦਬਾ ਸਕਦੇ ਹਾਂ। ਆਈਟਮ ਆਪਣੀ ਕਾਪੀ ਹੋ ਗਈ। ਨਵੀਂ ਥਾਂ ਤੇ ਜਾਓ, ਨਵੀਂ ਥਾਂ ਤੇ ਲਓ ਜੀ, ਆਪਾਂ ਨਵੀਂ ਥਾਂ ਖੋਲ ਲਈ। ਰਾਈਟ ਕਲਿੱਕ ਕਰਕੇ ਪੇਸਟ ਜਾਂ ਐਡਿਟ ਮੈਨੂ ਵਿੱਚ ਪੇਸਟ ਜਾਂ ਕੰਟਰੋਲ V ਆਪਸ਼ਨ ਕੋਈ ਵੀ ਦਬਾ ਕੇ ਆਪਾਂ ਪੇਸਟ ਕਰ ਸਕਦੇ ਹਾਂ। ਦੇਖੋ ਜੀ ਇਹ ਆਪਣੀ ਇੱਥੇ ਕਾਪੀ ਹੋ ਗਈ। ਅੱਗੇ ਕੱਟ ਅਤੇ ਪੇਸਟ ਦੀ ਵਰਤੋਂ ਨਾਲ ਆਈਟਮ ਨੂੰ ਮੂਵ ਕਰਨਾ। ਆਈਟਮ ਸਿਲੈਕਟ ਕੀਤੀ, ਆਈਟਮ ਆਪਾਂ ਸਿਲੈਕਟ ਕੀਤੀ, ਰਾਈਟ ਕਲਿੱਕ ਜਾਂ ਤਾਂ ਕੱਟ ਚੁਣਾਂਗੇ ਜਾਂ ਐਡਿਟ ਵਿੱਚੋਂ ਕੱਟ ਆਪਸ਼ਨ ਜਾਂ ਕੰਟਰੋਲ X ਕੱਟ ਕਰ ਲਈ। ਨਵੀਂ ਥਾਂ ਤੇ ਆਪਾਂ ਚਲੇ ਗਏ। ਐਡਿਟ ਮੈਨੂ ਵਿੱਚੋਂ ਰਾਈਟ ਕਲਿੱਕ, ਪੇਸਟ ਜਾਂ ਐਡਿਟ ਮੈਨੂ ਵਿੱਚੋਂ ਪੇਸਟ ਜਾਂ ਕੰਟਰੋਲ V ਇਕੱਠੀਆਂ ਦਬਾਵਾਂਗੇ ਤਾਂ ਆਪਾਂ ਆਈਟਮ ਆਪਣੀ ਪੇਸਟ ਹੋ ਗਈ। ਦੇਖੋ ਇੱਥੋਂ ਚਲੀ ਗਈ ਤੇ ਇਸ ਦੇ ਵਿੱਚ ਆਈਟਮ ਆਪਣੀ ਆ ਗਈ। ਸੈਂਡ ਟੂ ਦੀ ਮਦਦ ਨਾਲ ਆਈਟਮ ਨੂੰ ਕਾਪੀ ਕਰਨਾ। ਸਿਲੈਕਟ ਕੀਤਾ, ਰਾਈਟ ਕਲਿੱਕ, ਸੈਂਡ ਟੂ। ਇਸ ਵਿੱਚੋਂ ਇੰਨੇ ਆਪਸ਼ਨ ਆ ਰਹੇ ਆਪਣੇ ਕੋਲੇ, ਆਪਾਂ ਕਿੱਥੇ ਭੇਜਣੀ ਹੈ। ਆਪਾਂ ਅਮਨ ਜੋ ਪੈਨ ਡਰਾਈਵ ਲੱਗੀ ਹੋਈ ਆ ਉਸ ਦੇ ਵਿੱਚ ਭੇਜਣੀ ਚਾਹੁੰਦੇ ਹਾਂ। ਪੇਸਟ ਕੀਤਾ ਜੀ। ਹਾਂਜੀ ਹੁਣ ਆਪਾਂ ਆਪਣੀ ਆਈਟਮ ਚਲੀ ਗਈ। ਦੇਖੋ ਇਹ ਆਈਟਮ ਆਪਣੀ ਆ ਚੁੱਕੀ। ਅੱਗੇ ਹੈ ਸਰਚਿੰਗ। ਕਈ ਵਾਰ ਅਸੀਂ ਕੋਈ ਫਾਈਲ ਬਣਾ ਕੇ ਉਸ ਦੀ ਲੋਕੇਸ਼ਨ ਭੁੱਲ ਜਾਂਦੇ ਹਾਂ ਅਤੇ ਲੋੜ ਵੇਲੇ ਸਾਨੂੰ ਫਾਈਲ ਨਹੀਂ ਮਿਲਦੀ, ਪਰ ਸਰਚਿੰਗ ਦੀ ਮਦਦ ਨਾਲ ਅਸੀਂ ਆਪਣੀ ਫਾਈਲ ਕੰਪਿਊਟਰ ਵਿੱਚੋਂ ਲੱਭ ਸਕਦੇ ਹਾਂ।
ਵਿੰਡੋ ਐਕਸਪਲੋਰਰ ਵਿੱਚ ਕੰਟਰੋਲ ਈ ਕੀਜ਼ ਇਕੱਠੀਆਂ ਦਬਾਓ ਜਾਂ ਸਰਚ ਬਾਰ ਵਿੱਚ ਕਲਿੱਕ ਕਰਕੇ ਲੋੜੀਂਦੀ ਫਾਈਲ ਨਾਲ ਸੰਬੰਧਿਤ ਕੁਝ ਟਾਈਪ ਕਰੋ। ਤੁਹਾਡੀ ਸਰਚ ਨਾਲ ਸੰਬੰਧਿਤ ਫਾਈਲਾਂ ਦੀ ਲਿਸਟ ਆ ਜਾਵੇਗੀ ਅਤੇ ਤੁਸੀਂ ਉਸ ਫਾਈਲ ਦੀ ਲੋਕੇਸ਼ਨ ਦੇਖ ਸਕਦੇ ਹੋ। ਆਪਾਂ ਫਾਈਲ ਦੀ ਸਰਚ ਕਰਨੀ ਹੈ, ਸਰਚ ਬਾਰ ਵਿੱਚ ਕਲਿੱਕ ਕੀਤਾ, ਦੇਖੋ ਜੀ ਇਹ ਨਾਲ ਸੰਬੰਧਿਤ ਫਾਈਲਾਂ ਆਪਣੀਆਂ ਆ ਗਈਆਂ। BG1 ਫਾਈਲ ਆਪਣੀ ਆ ਚੁੱਕੀ ਹੈ। ਦੇਖੋ ਇਸ ਦੀ ਲੋਕੇਸ਼ਨ ਦੱਸ ਰਿਹਾ ਫੋਲਡਰ ਵਿੱਚ F ਡਰਾਈਵ BBB ਫੋਲਡਰ ਵਿੱਚ ਆਪਣੀ ਫਾਈਲ ਪਈ ਹੈ। ਇਸ ਤਰ੍ਹਾਂ ਆਪਾਂ ਆਪਣੀ ਫਾਈਲ ਲੱਭ ਸਕਦੇ ਹਾਂ। ਰਨ ਕਮਾਂਡ ਦੀ ਵਰਤੋਂ ਕਿਸੇ ਵੀ ਪ੍ਰੋਗਰਾਮ ਨੂੰ ਸਿੱਧੇ ਹੀ ਚਲਾਉਣ ਲਈ ਰਨ ਕਮਾਂਡ ਵਰਤੀ ਜਾਂਦੀ ਹੈ। ਸਟਾਰਟ ਬਟਨ ਤੇ ਕਲਿੱਕ ਕਰਕੇ ਰਨ ਤੇ ਕਲਿੱਕ ਕਰੋ ਜਾਂ ਵਿੰਡੋਜ਼ ਤੇ R ਕੀਜ਼ ਇਕੱਠੀਆਂ ਦਬਾਓ ਤੇ ਪ੍ਰੋਗਰਾਮ ਦਾ ਨਾਮ ਲਿਖ ਕੇ ਆਪਾਂ ਪ੍ਰੋਗਰਾਮ ਇਹਦੇ ਵਿੱਚੋਂ ਖੋਲ ਸਕਦੇ ਹਾਂ। ਐਕਸਪਲੋਰਰ ਲਿਖਿਆ ਹੋਇਆ ਹੈ, ਓਕੇ ਕਰੋ ਜੀ, ਐਕਸਪਲੋਰਰ ਆਪਣਾ ਖੁੱਲ ਗਿਆ। ਕੈਲਕੂਲੇਟਰ ਦੀ ਵਰਤੋਂ ਇਹ ਇੱਕ ਸਧਾਰਨ ਪ੍ਰੋਗਰਾਮ ਹੁੰਦਾ ਹੈ ਜੋ ਆਮ ਕੈਲਕੂਲੇਟਰ ਦੀ ਤਰ੍ਹਾਂ ਕੰਮ ਕਰਦਾ ਹੈ। ਰਨ ਬਾਕਸ ਖੋਲੋ, ਸਟਾਰਟ, ਰਨ ਬਾਕਸ ਖੋਲੋ, ਉਸ ਵਿੱਚ CALC ਟਾਈਪ ਕਰੋ, CALC ਟਾਈਪ ਕਰਕੇ ਓਕੇ ਜਾਂ ਐਂਟਰ ਕੀ ਦਬਾਓ ਜਾਂ ਓਕੇ। ਦੇਖੋ ਜੀ ਆਪਣਾ ਕੈਲਕੂਲੇਟਰ ਖੁੱਲ ਗਿਆ। ਆਪਾਂ ਕੋਈ ਵੀ ਕੈਲਕੂਲੇਸ਼ਨ ਇਸ ਵਿੱਚ ਕਰ ਸਕਦੇ ਹਾਂ। ਕਸਟਮਾਈਜ਼ਿੰਗ ਡੈਸਕਟਾਪ ਵਿੰਡੋਜ਼ ਸਾਨੂੰ ਸਾਡੀ ਸਕਰੀਨ ਦੀ ਦਿੱਖ ਬਦਲਣ ਦੀ ਸਹੂਲਤ ਦਿੰਦੀ ਹੈ, ਪਰੰਤੂ ਜੇਕਰ ਸਾਡੇ ਕੰਪਿਊਟਰ ਵਿੱਚ ਇੱਕ ਤੋਂ ਵੱਧ ਯੂਜ਼ਰ ਹਨ ਤਾਂ ਸਾਡੇ ਕੀਤੇ ਬਦਲਾਅ ਲੌਗਇਨ ਹੋਏ ਯੂਜ਼ਰ ਵਿੱਚ ਹੀ ਹੋਣਗੇ। ਡੈਸਕਟਾਪ ਦੇ ਖਾਲੀ ਭਾਗ ਵਿੱਚ ਰਾਈਟ ਕਲਿੱਕ ਕਰੋ, ਪੌਪਅਪ ਮੈਨੂ ਵਿੱਚੋਂ ਪਰਸਨਲਾਈਜ਼ ਤੇ ਕਲਿੱਕ ਕਰੋ। ਦੇਖੋ ਜੀ ਪਰਸਨਲਾਈਜ਼ ਤੇ ਕਲਿੱਕ ਕੀਤਾ, ਇੱਕ ਵਿੰਡੋ ਸਾਹਮਣੇ ਆ ਜਾਵੇਗੀ ਜਿਸ ਵਿੱਚ ਕੁਝ ਆਪਸ਼ਨਾਂ ਹੋਣਗੀਆਂ। ਥੀਮ ਵਿੱਚ ਬੈਕਗਰਾਉਂਡ, ਸਕਰੀਨ ਸੇਵਰ, ਵਿੰਡੋ ਦਾ ਬਾਰਡਰ ਅਤੇ ਸਾਊਂਡ ਦੀ ਸਕੀਮ ਹੁੰਦੀ ਹੈ। ਇਸ ਨਾਲ ਅਸੀਂ ਵਿੰਡੋਜ਼ ਦੀ ਦਿੱਖ ਵਧੀਆ ਬਣਾ ਸਕਦੇ ਹਾਂ। ਵਿੰਡੋਜ਼ ਦੇ ਕਈ ਥੀਮਸ ਹਨ। ਮਾਈ ਥੀਮਸ ਲੱਗਿਆ ਹੋਇਆ, ਐਰੋ ਥੀਮਸ ਹੋ ਗਿਆ, ਬੇਸਿਕ ਅਤੇ ਹਾਈ ਕੰਟਰਾਸਟ ਥੀਮਸ। ਆ ਬੇਸਿਕ ਅਤੇ ਹਾਈ ਕੰਟਰਾਸਟ ਥੀਮਸ ਹੋ ਗਏ, ਆਪਾਂ ਚੇਂਜ ਕਰ ਸਕਦੇ ਹਾਂ ਜੋ ਵੀ ਥੀਮ ਆਪਾਂ ਅਪਲਾਈ ਕਰਾਂਗੇ। ਦੇਖੋ ਚੇਂਜ ਹੋ ਗਿਆ, ਦੁਬਾਰੇ ਲਗਾਵਾਂਗੇ ਤਾਂ ਆਪਾਂ ਪਹਿਲੇ ਉਹੀ ਥੀਮ ਆਪਣਾ ਦੁਬਾਰੇ ਆ ਜੀ। ਡੈਸਕਟਾਪ ਬੈਕਗਰਾਉਂਡ ਇਹ ਮੁੱਖ ਤੌਰ ਤੇ ਵਾਲਪੇਪਰ ਹੁੰਦਾ ਹੈ ਜੋ ਇੱਕ ਤਸਵੀਰ ਹੁੰਦੀ ਹੈ। ਕੁਝ ਵਾਲਪੇਪਰ ਪਹਿਲਾਂ ਤੋਂ ਹੀ ਹੁੰਦੇ ਹਨ ਅਤੇ ਯੂਜ਼ਰ ਆਪਣੀ ਮਰਜ਼ੀ ਦਾ ਵਾਲਪੇਪਰ ਵੀ ਲਗਾ ਸਕਦਾ ਹੈ। ਅਸੀਂ ਬੈਕਗਰਾਉਂਡ ਥੰਬਨੇਲ ਤੇ ਕਲਿੱਕ ਕਰਕੇ ਆਪਣੀ ਪਸੰਦ ਦੇ ਵਾਲਪੇਪਰ ਸਿਲੈਕਟ ਕਰਕੇ ਇੱਕ ਜਾਂ ਇੱਕ ਤੋਂ ਵੱਧ ਵੀ ਲਗਾ ਸਕਦੇ ਹਾਂ ਜੋ ਮਿੱਥੇ ਸਮੇਂ ਬਾਅਦ ਆਪਣੇ ਆਪ ਬਦਲਦੇ ਰਹਿੰਦੇ ਹਨ। ਡੈਸਕਟਾਪ ਬੈਕਗਰਾਉਂਡ ਬਦਲਣ ਦੇ ਸਟੈਪ। ਡੈਸਕਟਾਪ ਬੈਕਗਰਾਉਂਡ ਤੇ ਜਾਓ ਜੀ, ਪਿਕਚਰ ਲੋਕੇਸ਼ਨ ਵਿੱਚ ਮੌਜੂਦ ਕਿਸੇ ਇੱਕ ਵਿਕਲਪ ਦੀ ਚੋਣ ਕਰੋ। ਆ ਪਿਕਚਰ ਲੋਕੇਸ਼ਨ ਹੈ ਜੀ, ਕੋਈ ਇੱਕ ਵਿਕਲਪ, ਆ ਵਿਕਲਪ ਆ ਗਿਆ ਆਪਣੇ ਕੋਲੇ, ਕੋਈ ਇੱਕ ਵਿਕਲਪ ਆਪਾਂ ਚੁਣ ਸਕਦੇ ਹਾਂ। ਪਸੰਦੀਦਾ ਤਸਵੀਰ ਦੇ ਉੱਪਰ ਆ ਰਹੀ ਚੈੱਕ ਬਾਕਸ ਨੂੰ ਸਿਲੈਕਟ ਕਰੋ। ਆਪਾਂ ਵਿੰਡੋਜ਼ ਡਿਫਾਲਟ ਬੈਕਗਰਾਉਂਡ ਚੁਣ ਲਈਏ, ਆ ਰਿਹਾ। ਇਹਨਾਂ ਵਿੱਚੋਂ ਆਪਾਂ ਆਪਣੀ ਪਸੰਦੀਦਾ ਲੋਕੇਸ਼ਨ ਤੇ ਚੈੱਕ ਬਾਕਸ ਲਾਉਣਾ। ਦੇਖੋ ਇਸ ਵਿੱਚ ਚੈੱਕ ਬਾਕਸ ਲਗਾਉਣੇ ਆਪਾਂ ਆ ਰਹੇ ਜਿਵੇਂ ਇਸ ਤੇ ਲਗਾ ਦਿਓ। ਇਸ ਤੋਂ ਬਾਅਦ ਆਪਾਂ ਇੱਕ ਮੰਨ ਲਓ ਜੀ ਇਹ ਲਗਾਉਣੀ ਹੈ, ਇੱਕ ਇਹ ਲਗਾਉਣੀ ਹੈ, ਇੱਕ ਇਹ ਲਗਾਉਣੀ ਹੈ। ਸਿਲੈਕਟ ਕਰ ਲਿਆ। ਆਪਣੀ ਮਰਜ਼ੀ ਦੀ ਪਿਕਚਰ ਪੋਜੀਸ਼ਨ ਚੁਣੋ। ਪਿਕਚਰ ਪੋਜੀਸ਼ਨ ਇਹ ਆ ਗਈ ਜੀ, ਇਹ ਆਪਣੀਆਂ ਪਿਕਚਰ ਦੀਆਂ ਪੋਜੀਸ਼ਨ ਹੈ। ਫਿਲ, ਫਿੱਟ, ਸਟ੍ਰੈਚ, ਟਾਈਟਲ ਜਾਂ ਸੈਂਟਰ। ਆਪਾਂ ਸਟ੍ਰੈਚ ਚੁਣਾਂਗੇ। ਇੱਕ ਤੋਂ ਵੱਧ ਬੈਕਗਰਾਉਂਡ ਲਗਵਾਉਣੀਆਂ ਹਨ ਤਾਂ ਆਟੋਮੈਟਿਕ ਬਦਲਣ ਦੇ ਸਮੇਂ ਨੂੰ ਸਿਲੈਕਟ ਕਰੋ। ਆਹ ਸਮਾਂ ਆ ਰਿਹਾ, ਮੰਨ ਲਓ ਆਪਾਂ 10 ਸੈਕਿੰਡ ਸਮਾਂ ਚੁਣ ਲਿਆ। ਸੇਵ ਚੇਂਜਸ ਤੇ ਕਲਿੱਕ ਕਰੋ। ਸੇਵ ਚੇਂਜ ਤੇ ਕਲਿੱਕ ਕਰਾਂਗੇ, ਆਪਣੀ ਮਰਜ਼ੀ ਦੀ ਬੈਕਗਰਾਉਂਡ ਲੱਗ ਗਈ। ਦੇਖੋ ਇਹ ਲੱਗ ਗਈ। 10 ਸਕਿੰਟ ਬਾਅਦ ਇਹ ਚੇਂਜ ਹੋ ਰਹੀ ਹੈ। ਦੇਖੋ 10 ਸੈਕਿੰਡ ਬਾਅਦ ਅਗਲੀ ਤਸਵੀਰ ਆ ਗਈ। ਇਸ ਤੋਂ 10 ਸੈਕਿੰਡ ਬਾਅਦ ਇਸ ਤੋਂ ਅਗਲੀ ਤਸਵੀਰ ਹੈ ਜੋ ਆਪਣੇ ਆਪ ਆ ਜਾਵੇਗੀ। ਆ ਦੇਖੋ 10 ਸੈਕਿੰਡ ਬਾਅਦ ਤਸਵੀਰ ਬਦਲ ਗਈ ਹੈ। ਇਸ ਤੋਂ ਅੱਗੇ ਹੈ ਸਕਰੀਨ ਸੇਵਰ। ਇਹ ਇੱਕ ਪ੍ਰੋਗਰਾਮ ਹੁੰਦਾ ਹੈ ਜੋ ਕੁਝ ਸਮਾਂ ਕੰਪਿਊਟਰ ਨਾ ਵਰਤਣ ਤੇ ਆਪਣੇ ਆਪ ਚੱਲ ਪੈਂਦਾ ਹੈ। ਇਹ ਐਨੀਮੇਟਡ ਤਸਵੀਰਾਂ ਹੁੰਦੀਆਂ ਹਨ। ਇਹ ਪੁਰਾਣੇ ਮੋਨੀਟਰਾਂ ਦੀ ਫਾਸਟ ਫੋਰਵਰਡ ਸਪੋਰਟਿੰਗ ਨੂੰ ਸੜਨ ਤੋਂ ਰੋਕਣ ਲਈ ਬਣਾਏ ਗਏ ਸਨ। ਸਕਰੀਨ ਸੇਵਰ ਸੈੱਟ ਕਰਨਾ। ਦੇਖੋ ਜੀ ਪਰਸਨਲਾਈਜ਼, ਆਪਾਂ ਸਕਰੀਨ ਸੇਵਰ ਤੇ ਕਲਿੱਕ ਕਰਾਂਗੇ। ਆ ਦੇਖੋ ਸਕਰੀਨ ਸੇਵਰ ਲਿਸਟ ਵਿੱਚੋਂ ਆਪਣੀ ਪਸੰਦੀਦਾ ਸਕਰੀਨ ਸੇਵਰ ਚੁਣੋ। ਆਹ ਸਕਰੀਨ ਸੇਵਰ ਲਿਸਟ ਆ ਰਹੀ ਹੈ। ਦੇਖੋ ਆਪਾਂ ਕੋਈ ਵੀ ਸਕਰੀਨ ਸੇਵਰ ਚੁਣ ਸਕਦੇ ਹਾਂ।
इस दियां डिफॉल्ट सैटिंग बदलने लई सैटिंग बटन ते क्लिक करके सैट कर सकते हो। सैटिंग ते क्लिक करके आपां इस दियां डिफॉल्ट सैटिंग चेंज करते हैं। जिवें मैं इत्थे लिखूंगा ओके करता। स्क्रीन सेवर का प्रीव्यू देखने लई प्रीव्यू बटन ते क्लिक करो। आपां प्रीव्यू बटन ते क्लिक करांगे। देखो जी यह अपना स्क्रीन सेवर चल रहा है। स्क्रीन सेवर के शुरू होने का समा सैट करो। शुरू होने का समा देखो वेट 1 मिनट, इत्थों आपां टाइम वधा घटा सकते हैं। अपलाई बटन ते क्लिक करके ओके ते क्लिक करो। स्क्रीन सेवर अपलाई हो जाएगा। अपलाई बटन ओके, स्क्रीन सेवर अपलाई हो गया। हुण 1 मिनट बाद अपना स्क्रीन सेवर अपने आप चलेगा। मैं तुहानूं प्रीव्यू दिखा दिंदा। 1 मिनट आपां वेट करांगे। मैं थोड़ी जी वीडियो फास्ट करूँगा। आ देखो 1 मिनट पूरा होने तो बाद अपना स्क्रीन सेवर अपने आप शुरू हो चुका है। ये सी अपना पाठ विंडोज़ एक्सप्लोरर। हुण आपां इस पाठ की दोहराई करांगे। सब तो पहला याद रखण योग गल्लां, विंडोज़ एक्सप्लोरर एक महत्वपूर्ण एप्लीकेशन है। इस दी वरतों नाल असीं कंप्यूटर विच पईआं फाइलां अते फोल्डरां नाल जुड़ सकदे हां। विंडोज़ एक्सप्लोरर नूं खोलण दा तरीका है, विंडोज़ की दबाओ, प्रोग्राम ते क्लिक करो, असैसरीज़, विंडोज़ एक्सप्लोरर। नंबर 3 विंडोज़ एक्सप्लोरर दे 2 पेन हुंदे हन, खब्बा पेन अते सज्जा पेन। खब्बे पेन नूं नैवीगेशन पेन भी कहा जाता है, जिस विच कंप्यूटर विच पईआं ड्राइव, फाइलां अते फोल्डर दिखाई दिंदे हन। विंडोज़ एक्सप्लोरर की मदद नाल फाइलां जां फोल्डर नूं कट, कापी, पेस्ट जां डिलीट जां रीनेम कर सकते हो। बाय डिफॉल्ट 4 लाइब्रेरियां होंदियां हन, डॉक्यूमेंट्स, म्यूजिक, पिक्चर्स अते वीडियोज़। इस तो अगे खाली थवां। नंबर 1 विंडोज़ एक्सप्लोरर के 2 पेन होंदे हन। ये हन पहला, दूजा, खब्बा सज्जा, उपरला हेठला, फाइल फोल्डर। 2 नंबर ते डैश व्यू एक फाइल का साइज, किस्म अते सोधण की मिति दसदा है। डिटेल, टाइल्स, लिस्ट, कंटेंट। नंबर 3 डैश ऑप्शन की वरतों फाइलां अते फोल्डरां नूं लभण लई कीती जांदी है। फाइल, सिलैक्ट, सर्च, डिलीट। नंबर 4 कैलकुलेटर नूं रन बॉक्स विच डैश टाइप करके खोलिया जाता है। कैलकुलेटर, CAL, CALC इन्हां विचों कोई नहीं। 5वां डैश कमांड की वरतों किसी आइटम नूं उसकी थां तो कट्टण लई कीती जाती है। कापी, पेस्ट, कट, डिलीट। इन्हां दे उत्तर तुसीं आ देख सकते हो, डिस्पले हो रहे हैं। इन्हां नूं तुसीं अपनी कॉपी विच लिखना। अगे सही गलत। नंबर 1 विंडोज़ एक्सप्लोरर की वरतों फाइलों का उचित प्रबंध करने लई कीती जाती है। एक फाइल विच कई फाइलां अते फोल्डर आ सकते हैं। नंबर 3 विंडोज़ एक्सप्लोरर नूं खोलण का तरीका है, विंडोज़ की प्लस R दबाओ, रन बॉक्स विच एक्सप्लोरर टाइप करो। नंबर 4 विंडोज़ एक्सप्लोरर एक ऑपरेटिंग सिस्टम है। नंबर 5 कापी ऑप्शन की वरतों किसी आइटम की डुप्लीकेट बनाने लई कीती जाती है। इस दे उत्तर तुसीं नीचे देख सकते हो। इन्हां नूं भी अपनी कापी उपर लिखना है। इस तो अगे छोटे उत्तरां वाले प्रश्न। नंबर 1 विंडो एक्सप्लोरर के किन्ने पेन हुंदे हन, उन्हां दे नाम लिखो। विंडोज़ एक्सप्लोरर नूं 2 भागां विच वंडिया गया है, खब्बा पेन अते सज्जा पेन। नंबर 2 विंडो एक्सप्लोरर के भागां की सूची बनाओ। एक्सप्लोरर की विंडो के भाग। नंबर 1 टाइटल बार। नंबर 2 ते बैक अते फॉरवर्ड बटन। नंबर 3 एड्रैस बार। नंबर 4 सर्च बॉक्स। नंबर 5 मेनू बार। नंबर 6 टूल बार। नंबर 7 स्टेटस बार। तीजा प्रश्न कीबोर्ड की मदद नाल असीं नवां फोल्डर किवें बना सकते हैं। कीबोर्ड तो कंट्रोल शिफ्ट N कीज़ इकट्ठियां दबा के आपां नवां फोल्डर बना सकते हैं। नंबर 4 कापी अते पेस्ट की ऑप्शन नाल असीं किसी आइटम नूं कॉपी किवें कर सकते हैं। जिस आइटम नूं कॉपी करना है उसनूं सिलेक्ट करो, राइट क्लिक करके कॉपी ऑप्शन चुनो, आइटम कॉपी हो जाएगी। नवीं थां ते जाओ, नवीं थां ते चले गए। राइट क्लिक करके पेस्ट ऑप्शन चुनो, राइट क्लिक पेस्ट ऑप्शन चुनो, आइटम नवीं जगह ते आ जाएगी।
ਪੰਜਵਾਂ ਪ੍ਰਸ਼ਨ, ਸਕਰੀਨ ਸੇਵਰ ਬਾਰੇ ਦੱਸੋ। ਇਹ ਇੱਕ ਪ੍ਰੋਗਰਾਮ ਹੁੰਦਾ ਹੈ ਜੋ ਕੁਝ ਸਮਾਂ ਕੰਪਿਊਟਰ ਨਾ ਵਰਤਣ ਤੇ ਆਪਣੇ ਆਪ ਚੱਲ ਪੈਂਦਾ ਹੈ। ਇਹ ਐਨੀਮੇਟਡ ਤਸਵੀਰਾਂ ਹੁੰਦੀਆਂ ਹਨ। ਇਹ ਪੁਰਾਣੇ ਮਨੀਟਰਾਂ ਦੀ ਫਾਰਸ ਫੂਰਸ ਕੋਟਿੰਗ ਨੂੰ ਸੜਨ ਤੋਂ ਰੋਕਣ ਲਈ ਬਣਾਏ ਗਏ ਸਨ। ਅੱਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ, ਵਿੰਡੋ ਐਕਸਪਲੋਰਰ ਕੀ ਹੈ? ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਦੇ ਢੰਗ ਦੱਸੋ। ਵਿੰਡੋਜ਼ ਐਕਸਪਲੋਰਰ ਆਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ। ਇਸ ਦੀ ਵਰਤੋਂ ਕੰਪਿਊਟਰ ਵਿੱਚ ਝਾਤ ਮਾਰਨ, ਹਾਰਡ ਡਿਸਕ ਵਿੱਚ ਮੌਜੂਦ ਫਾਈਲਾਂ ਜਾਂ ਫੋਲਡਰਾਂ ਨੂੰ ਵਿਵਸਥਿਤ ਅਤੇ ਸਹੀ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ। ਵਿੰਡੋ ਐਕਸਪਲੋਰਰ ਨੂੰ ਖੋਲ੍ਹਣ ਦੇ ਕਈ ਤਰੀਕੇ ਹਨ। ਨੰਬਰ 1, ਵਿੰਡੋਜ਼ ਅਤੇ ਈ ਬਟਨ ਨੂੰ ਇਕੱਠੇ ਦਬਾ ਕੇ। ਵਿੰਡੋ ਅਤੇ ਈ ਬਟਨ ਨੂੰ ਇਕੱਠੇ ਦਬਾਏ ਤਾਂ ਆਪਣਾ ਐਕਸਪਲੋਰਰ ਖੁੱਲ੍ਹ ਗਿਆ। ਦੂਸਰੀ ਆਪਸ਼ਨ, ਸਟਾਰਟ, ਆਲ ਪ੍ਰੋਗਰਾਮ, ਅਸੈਸਰੀ, ਵਿੰਡੋਜ਼ ਐਕਸਪਲੋਰਰ। ਇਸ ਤੋਂ ਅੱਗੇ ਤੀਸਰਾ ਤਰੀਕਾ, ਵਿੰਡੋਜ਼ ਕੀ ਦਬਾ ਕੇ ਸਰਚ ਬਾਕਸ ਵਿੱਚ ਐਕਸਪਲੋਰਰ ਇੰਟਰ ਮਾਰ ਦਿਓ। ਇਹ ਵਿੰਡੋ ਐਕਸਪਲੋਰਰ ਖੁੱਲ੍ਹ ਗਿਆ। ਵਿੰਡੋ ਐਕਸਪਲੋਰਰ ਦੇ ਵੱਖਰੇ ਵੱਖਰੇ ਵਿਊ ਲਿਖੋ। ਵਿੰਡੋ ਐਕਸਪਲੋਰਰ ਦੇ ਵਿਊ। ਵਿੰਡੋਜ਼ ਐਕਸਪਲੋਰਰ ਦੇ ਕਈ ਵਿਊ ਹੁੰਦੇ ਹਨ। ਸਮਾਲ, ਮੀਡੀਅਮ, ਲਾਰਜ ਅਤੇ ਐਕਸਟਰਾ ਲਾਰਜ ਆਈਕਨ ਵਿਊ। ਇਸ ਵਿੱਚ ਹਰ ਆਈਟਮ ਇੱਕ ਆਈਕਨ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਨੰਬਰ 2, ਟਾਈਲਜ਼ ਆਈਕਨ ਵਿਊ। ਇਸ ਵਿੱਚ ਆਈਕਨਸ ਇੱਕ ਤੋਂ ਵੱਧ ਕਤਾਰਾਂ ਵਿੱਚ ਹੁੰਦੇ ਹਨ। ਇਸ ਵਿੱਚ ਆਈਟਮ ਦਾ ਨਾਮ, ਫਾਈਲ ਦੀ ਕਿਸਮ ਅਤੇ ਇਸ ਦੇ ਸਾਈਜ਼ ਦੀ ਸੂਚਨਾ ਹੁੰਦੀ ਹੈ। ਦੇਖੋ ਜੀ ਟਾਈਲ। ਇਸ ਤੋਂ ਅੱਗੇ ਨੰਬਰ 3, ਲਿਸਟ ਆਈਕਨ ਵਿਊ। ਇਸ ਵਿੱਚ ਆਈਟਮ ਕਈ ਕਾਲਮ ਵਿੱਚ ਨਜ਼ਰ ਆਉਂਦੀਆਂ ਹਨ। ਇਸ ਵਿੱਚ ਆਈਟਮ ਦਾ ਨਾਮ ਆਈਕਨ ਦੇ ਸੱਜੇ ਪਾਸੇ ਹੁੰਦਾ ਹੈ। ਲਿਸਟ ਆਈਕਨ ਵਿਊ। ਡਿਟੇਲ ਆਈਕਨ ਵਿਊ। ਇਸ ਵਿੱਚ ਆਈਟਮ ਟੇਬਲ ਦੇ ਰੂਪ ਵਿੱਚ ਦਿਸਦੀਆਂ ਹਨ ਅਤੇ ਹਰ ਕਾਲਮ ਵਿੱਚ ਵੱਖਰੀਆਂ ਵੱਖਰੀਆਂ ਪ੍ਰਾਪਰਟੀਜ਼ ਡਿਸਪਲੇ ਹੁੰਦੀਆਂ ਹਨ, ਜਿਵੇਂ ਆਕਾਰ, ਸੋਧਣ ਦੀ ਮਿਤੀ ਅਤੇ ਕਿਸਮ ਆਦਿ। ਨੰਬਰ 5, ਕੰਟੈਂਟ ਆਈਕਨ ਵਿਊ। ਇਸ ਵਿਊ ਵਿੱਚ ਹਰ ਆਈਟਮ ਛੋਟੇ ਆਈਕਨ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਕੁਝ ਹੋਰ ਪ੍ਰਾਪਰਟੀਜ਼ ਵੀ ਨਜ਼ਰ ਆਉਂਦੀਆਂ ਹਨ, ਜਿਵੇਂ ਸੋਧਣ ਦੀ ਮਿਤੀ ਅਤੇ ਆਕਾਰ। ਇਸ ਵਿਊ ਦੀ ਵਰਤੋਂ ਸਰਚ ਕਰਨ ਲਈ ਕੀਤੀ ਜਾਂਦੀ ਹੈ। ਤੀਜਾ ਪ੍ਰਸ਼ਨ, ਸੈਂਡ ਟੂ ਆਪਸ਼ਨ ਦੀ ਵਰਤੋਂ ਕਰਕੇ ਕਿਸੇ ਆਈਟਮ ਨੂੰ ਕਿਵੇਂ ਕਾਪੀ ਕਰ ਸਕਦੇ ਹਾਂ। ਜਿਸ ਆਈਟਮ ਨੂੰ ਕਾਪੀ ਕਰਨਾ ਹੈ ਉਸ ਨੂੰ ਸਿਲੈਕਟ ਕਰੋ। ਰਾਈਟ ਕਲਿੱਕ ਕਰਕੇ ਸੈਂਡ ਟੂ ਸਬ ਮੈਨੂ ਦੀ ਆਪਸ਼ਨ ਚੁਣੋ ਅਤੇ ਆਪਣੀ ਲੋੜ ਅਨੁਸਾਰ ਵਿਕਲਪ ਚੁਣੋ। ਹੇਠ ਲਿਖਿਆਂ ਦੀ ਵਿਆਖਿਆ ਕਰੋ। ਰਨ ਕਮਾਂਡ। ਕਿਸੇ ਵੀ ਪ੍ਰੋਗਰਾਮ ਨੂੰ ਸਿੱਧੇ ਹੀ ਚਲਾਉਣ ਲਈ ਰਨ ਕਮਾਂਡ ਵਰਤੀ ਜਾਂਦੀ ਹੈ। ਸਰਚ ਕਮਾਂਡ। ਕਈ ਵਾਰ ਅਸੀਂ ਕੋਈ ਫਾਈਲ ਬਣਾ ਕੇ ਉਸ ਦੀ ਲੋਕੇਸ਼ਨ ਭੁੱਲ ਜਾਂਦੇ ਹਾਂ ਅਤੇ ਲੋੜ ਵੇਲੇ ਸਾਨੂੰ ਫਾਈਲ ਨਹੀਂ ਮਿਲਦੀ, ਪਰ ਸਰਚਿੰਗ ਦੀ ਮਦਦ ਨਾਲ ਅਸੀਂ ਆਪਣੀ ਫਾਈਲ ਕੰਪਿਊਟਰ ਵਿੱਚੋਂ ਲੱਭ ਸਕਦੇ ਹਾਂ। ਕੈਲਕੂਲੇਟਰ। ਇਹ ਇੱਕ ਸਧਾਰਨ ਪ੍ਰੋਗਰਾਮ ਹੁੰਦਾ ਹੈ ਜੋ ਆਮ ਕੈਲਕੂਲੇਟਰ ਦੀ ਤਰ੍ਹਾਂ ਕੰਮ ਕਰਦਾ ਹੈ। ਪੰਜਵਾਂ ਪ੍ਰਸ਼ਨ, ਬੈਕਗਰਾਊਂਡ ਬਦਲਣ ਦੇ ਸਟੈਪ ਲਿਖੋ। ਡੈਸਕਟਾਪ ਬੈਕਗਰਾਊਂਡ ਬਦਲਣ ਦੇ ਸਟੈਪ। ਸਭ ਤੋਂ ਪਹਿਲਾਂ ਨੰਬਰ 1, ਰਾਈਟ ਕਲਿੱਕ ਕਰਕੇ ਪਰਸਨਲਾਈਜ਼ ਡੈਸਕਟਾਪ ਬੈਕਗਰਾਊਂਡ। ਪਿਕਚਰ ਲੋਕੇਸ਼ਨ ਵਿੱਚ ਮੌਜੂਦ ਕਿਸੇ ਇੱਕ ਵਿਕਲਪ ਦੀ ਚੋਣ ਕਰੋ। ਇੱਕ ਬੈਕਗਰਾਊਂਡ ਵਰਤਣ ਲਈ ਕਲੀਅਰ ਆਲ ਬਟਨ 'ਤੇ ਕਲਿੱਕ ਕਰੋ। ਪਸੰਦੀਦਾ ਤਸਵੀਰ ਉੱਪਰ ਆ ਰਹੇ ਚੈੱਕ ਬਾਕਸ ਨੂੰ ਸਿਲੈਕਟ ਕਰੋ। ਆਪਣੀ ਮਰਜ਼ੀ ਦੀ ਪਿਕਚਰ ਪੋਜੀਸ਼ਨ ਚੁਣੋ। ਇੱਕ ਤੋਂ ਵੱਧ ਬੈਕਗਰਾਊਂਡਾਂ ਲਗਾਉਣੀਆਂ ਹਨ ਤਾਂ ਆਟੋਮੈਟਿਕ ਬਦਲਣ ਦੇ ਸਮੇਂ ਨੂੰ ਸਿਲੈਕਟ ਕਰੋ। ਸੇਵ ਚੇਂਜ 'ਤੇ ਕਲਿੱਕ ਕਰੋ। ਤੁਹਾਡੀ ਮਰਜ਼ੀ ਦੀ ਬੈਕਗਰਾਊਂਡ ਲੱਗ ਜਾਵੇ। ਇਹਨਾਂ ਸਾਰੇ ਪ੍ਰਸ਼ਨਾਂ ਨੂੰ ਤੁਸੀਂ ਆਪਣੀ ਕਾਪੀ ਉੱਪਰ ਚੰਗੀ ਤਰ੍ਹਾਂ ਵਧੀਆ ਲਿਖਾਈ ਦੇ ਵਿੱਚ ਲਿਖਣਾ ਹੈ। ਬਹੁਤ ਬਹੁਤ ਧੰਨਵਾਦ।